ਕਰਦਾ ਕਿ ਦਿੱਲੀ ਤੋਂ ਕੋਈ ਵੀ ਚੱਲ ਕੇ ਆਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਇਹ ਕੇਜਰੀਵਾਲ ਹੈ ਜਾਂ ਕਾਂਗਰਸ ਹੈ, ਉਹ ਕਦੇ ਸਿੱਖਾਂ ਦਾ ਹਿੱਤ, ਕਦੇ ਸਿੱਖਾਂ ਦੇ ਹਿਤੈਸ਼ੀ ਨਹੀਂ ਹੋ ਸਕਦੀ। ਜਾਂ ਬਾਦਲ ਸਾਹਿਬ ਚੋਣਾਂ ਵੇਲੇ ਉਹ ਵੀ ਅਕਸਰ ਅਜਿਹਾ ਜਿਹੜਾ ਹੈ ਸਵਾਲ ਜਿਹੜਾ ਹੈ ਬਾਹਰ ਲੈ ਆਉਂਦੇ ਨੇ। ਕਈ ਵਾਰੀ ਉਹਨਾਂ ਦੇ ਨਾਲ ਮੁਲਾਕਾਤਾਂ ਆਪਾਂ ਵੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ, ਜਾ ਕੇ ਜੇਲ੍ਹ ਦੇ ਵਿੱਚ ਭਾਈ ਰਾਜੋਆਣੇ ਨੂੰ ਮਿਲਣਾ, ਫਿਰ ਉਸ ਤੋਂ ਬਾਅਦ ਜਿਵੇਂ ਹੀ ਚੋਣਾਂ ਹੋ ਜਾਂਦੀਆਂ ਨੇ ਫਿਰ ਉਹ ਮੈਟਰ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਹੈ। ਜਿੱਥੇ ਤੱਕ ਰਾਜੋਆਣਾ ਸਾਹਿਬ ਦੀ ਗੱਲ ਹੈ, ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸੰਗਤ ਤੋਂ ਮਾफ़ੀ ਮੰਗ ਕੇ ਗੱਲ ਕਹਿਣੀ ਚਾਹੁੰਦਾ ਕਿ ਰਾਜੋਆਣਾ ਸਾਹਿਬ ਦੀ ਜਿਹੜੀ ਵਕੀਲ ਫੀਸ ਹੈ, ਮੈਂ ਵੀ ਐਂਤਰਿੰਗ ਮੈਂਬਰ ਰਿਹਾ, ਉਹਦੇ 'ਚੋਂ ਪਾਸ ਹੁੰਦੇ ਰਹੀ ਹੈ, ਜਿਹੜੀ ਤਕਰੀਬਨ ਇੱਕ ਪੇਸ਼ੀ ਦੀ 13 ਲੱਖ ਦੇ ਕਰੀਬ ਸੀ। ਰਾਜੋਆਣਾ ਸਾਹਿਬ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਐਫਰਟ ਕੀਤਾ। ਅੱਜ ਵੀ ਅਸੀਂ ਚਾਹੁੰਦੇ ਹਾਂ ਵੀ ਸਰਦਾਰ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ ਬਾਹਰ ਆਉਣ। ਜੇਕਰ ਅਕਾਲੀ ਦਲ ਕਮਜ਼ੋਰ ਹੋ ਗਿਆ, ਇਹ ਸਰਦਾਰ ਪ੍ਰਕਾਸ਼ ਸਿੰਘ ਜਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਨਹੀਂ, ਇਹ ਪੰਜਾਬ ਦੀ ਗੱਲ ਹੈ। ਜੇ ਅਕਾਲੀ ਦਲ ਕਮਜ਼ੋਰ ਹੋ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਊ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਊਗੀ ਤਾਂ ਪੰਜਾਬ ਦੇ ਵਿੱਚ ਸਿੱਖੀ ਦਾ ਕਾਣ ਹੋ ਜਾਊਗਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਕੇ ਉਹਨਾਂ ਨੇ ਪੈਸੇ ਸੀ ਜਿਹੜੇ ਇੱਕ ਮੁਲਾਜ਼ਮਾਂ ਨੇ ਖਾ ਲਏ, ਉਹਨਾਂ ਨੂੰ ਕਿਤੇ ਉਹਦਾ ਇੰਦਰਾਜ ਨਹੀਂ ਕੀਤਾ। ਪਰ ਇਹ ਲੋਕ ਕਹਿ ਰਹੇ ਨੇ ਜੀ ਉਹ 328 ਸਰੂਪ ਆਏ ਹੋ ਗਿਆ ਜੀ, ਉਹ ਉੱਧਰ ਦੇ ਤੇ ਨਾਗਪੁਰ ਦੇ ਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ 2 ਭਾਗ ਮਿਲਦੇ ਨੇ, ਉਹਨੂੰ ਲਿਜਾ ਕੇ ਕੋਈ ਨਾਗਪੁਰ ਵਾਲਿਆਂ ਕੋਲ ਬੜੀਆਂ ਪ੍ਰੈਸਾਂ, ਉਹ ਪ੍ਰੈਸ ਦੇ ਵਿੱਚ ਪ੍ਰਿੰਟ ਕਰ ਲੈਣਗੇ। ਮੈਂ ਇਹ ਇਹਨਾਂ ਨੂੰ ਜਿਹੜੇ ਲੋਕ ਸਵਾਲ ਕਰਦੇ ਨੇ ਇਹ, ਉਹਨਾਂ ਨੂੰ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਵੀ ਉਹ ਦੱਸਣ ਵੀ ਜੇ 328 ਸਰੂਪ ਸਾਡੇ ਕੋਲੋਂ ਇੱਧਰ ਉੱਧਰ ਹੋ ਗਏ ਨੇ ਤਾਂ ਉਹਨਾਂ 'ਚੋਂ ਕੋਈ ਸਰੂਪ ਲਿਆ ਕੇ ਦੱਸ ਦੇਣ ਵੀ ਆਹ ਤੁਹਾਡਾ ਦਿੱਤਾ ਹੋਇਆ ਸਰੂਪ ਅਸੀਂ ਨਾਗਪੁਰ ਤੋਂ ਲਿਆਂਦਾ, ਅਸੀਂ ਦਿੱਲੀੋਂ ਲਿਆਂਦਾ, ਅਸੀਂ ਹੈਦਰਾਬਾਦ ਤੋਂ ਲਿਆਂਦਾ। ਬਿਲਕੁਲ ਮੈਂ ਇਸ ਗੱਲ ਦੀ ਕੌਮ ਤੋਂ ਮਾफ़ੀ ਮੰਗਦਾ। ਮੈਂ ਵੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਗ ਹਾਂ। ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਹੋਇਆ ਇਸੇ ਕਰਕੇ। ਅਗਰ ਇਹ ਹੋਇਆ ਸੀ ਤਾਂ ਹੀ ਸਾਨੂੰ ਅੱਜ ਜਵਾਬ ਦੇਣੇ ਪੈਂਦੇ ਆ। ਯਾਰ ਐਸੇ ਸਿੱਖ ਤਾਂ ਐਸੇ ਹੋ ਗਏ। ਮੈਂ ਬੜਾ ਅਫਸੋਸ ਹੁੰਦਾ ਜਦੋਂ ਇਹ ਕਹਿੰਦੇ ਨੇ ਵੀ ਤੁਸੀਂ ਸ੍ਰੀ ਅੰਮ੍ਰਿਤਸਰ ਜਾਓ, ਦਰਬਾਰ ਸਾਹਿਬ ਗੋਲਕ 'ਚ ਪੈਸਾ ਨਾ ਪਾਓ। ਇਹ ਕਿਆ ਗੁਰੂ ਰਾਮਦਾਸ ਦਾ ਘਰ ਹੈ ਜੀ? ਮੇਰੇ ਵਰਗੇ ਗਰੀਬ ਬੰਦਾ ਜੇ 10 ਰੁਪਏ ਉੱਥੇ ਨਹੀਂ ਪਾਊਗਾ ਮੇਰੇ ਵਰਗਾ, ਤਾਂ ਮੇਰੇ 10 ਰੁਪਈਆਂ ਨਾਲ ਜਾਂ 100-500 ਨਾਲ ਚੱਲਦਾ। ਉੱਥੇ ਕਰੋੜਾਂ ਰੁਪਏ ਦੇਣ ਵਾਲੇ ਸਿੱਖ, ਜਾਨਾਂ ਨਿਸ਼ਾਵਰ ਕਰਨ ਵਾਲਾ ਸਿੱਖ ਨੇ ਆ ਜਿਹੜੇ ਕਹਿੰਦੇ ਦਰਬਾਰ ਸਾਹਿਬ ਵਾਸਤੇ ਜਾਨ ਵੀ ਹਾਜ਼ਰ ਆ, ਪੈਸਾ ਤਾਂ ਗੱਲ ਹੀ ਕੋਈ ਨਹੀਂ ਹੈ। ਜਦੋਂ ਅਸੀਂ ਉੱਥੇ ਜਾਂਦੇ ਹੈਗੇ, ਉੱਥੇ ਯਾਤਰੀਆਂ ਨੂੰ ਕੋਈ ਕਮਰਾ ਵੀ ਨਹੀਂ ਦਿੱਤਾ ਜਾਂਦਾ ਜਾਂ ਰਿਸ਼ਵਤ ਲਈ ਜਾਂਦੀ ਹੈ? ਨਹੀਂ, ਰਿਸ਼ਵਤ ਨਹੀਂ ਲਈ ਜਾਂਦੀ ਜੀ। ਕਮਰਿਆਂ ਦਾ ਨਾ 2-3 ਸਰਾਵਾਂ ਦਾ ਹੈਗਾ, NRI ਸਰਾਵਾਂ, ਉਹਨਾਂ ਦਾ ਸਿਰਫ ਓਨਲੀ 500 ਰੁਪਇਆ, 300 ਰੁਪਇਆ, 200 ਰੁਪਇਆ। ਸ਼੍ਰੀ ਗੁਰੂ ਰਾਮਦਾਸ ਸਰਾਂ ਜਿਹੜੀ ਟੋਟਲ ਫ੍ਰੀ ਹੈ। ਦੇਖੋ ਇਹ ਜ਼ਰੂਰ ਮੈਂ ਕਹਿੰਦਾ ਵੀ ਮਾੜਾ ਮੋਟਾ ਸਾਡੇ ਕਹਿਣ ਨਾਲ ਕਮਰੇ ਮਿਲਦੇ ਆ, ਮੈਂ ਨਹੀਂ ਮੁੱਕਰਨਾ ਤੁਹਾਡੇ ਮੂਹਰੇ ਬੈਠ ਕੇ। ਮੈਂ ਪ੍ਰੈਸ ਦੇ ਵਿੱਚ ਬੈਠਾ, ਮੈਂ ਐਵੇਂ ਕਹਾ ਨਹੀਂ ਹੁੰਦਾ, ਨਹੀਂ ਹੁੰਦਾ। ਇਹ ਹੁੰਦਾ, ਹੁਣ ਮੰਨ ਲਓ ਵੀ ਤੁਸੀਂ ਹੀ ਜਾਂਦੇ ਹੋ, ਤੁਹਾਡਾ ਮੇਰੇ ਨਾਲ ਅੱਜ ਲਿੰਕ ਹੋ ਗਿਆ, ਤੁਸੀਂ ਪਟਿਆਲੇ ਤੋਂ ਚੱਲ ਕੇ ਆਏ ਹੋ, ਤੁਸੀਂ ਮੇਰਾ ਨੰਬਰ ਲੈ ਲਿਆ, ਕੱਲ੍ਹ ਨੂੰ ਤੁਹਾਡੇ ਨਾਲ ਬੱਚੀ ਹੈ, ਕੋਈ ਬਜ਼ੁਰਗ ਹੈ, ਤੁਸੀਂ ਮੈਨੂੰ ਕਹੋਗੇ ਜਥੇਦਾਰ ਜੀ ਕਹਿ ਦਿਓ, ਉੱਥੇ ਥੋੜ੍ਹਾ ਬੜਾ ਕਹਿਣ ਨਾ। ਪਰ ਇਹ ਨਹੀਂ ਵੀ ਉਹ ਸਾਰੇ ਕਮਰੇ ਹੀ ਮੇਰੇ ਕਹਿਣ ਨਾਲ ਜਾਂ ਮੈਂਬਰਾਂ ਦੇ ਕਹਿਣ ਨਾਲ ਦਿੱਤੇ ਜਾਂਦੇ। ਕੋਈ 5-7-10 ਕਮਰੇ ਅਸੀਂ ਕਿਤੇ ਕਹਿ ਦਿੰਦੇ ਆ, ਉਹ ਮਿਲ ਵੀ ਜਾਂਦੇ ਆ। ਇੱਕੋ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਦੋਂ ਸਿੱਖਾਂ ਨੂੰ ਕਿਤੇ ਲੋੜ ਪੈਂਦੀ ਹੈ ਉਹਨਾਂ ਦੀ ਜਾ ਕੇ ਬਾਂਹ ਫੜਦੀ ਹੈ। ਜਿਹੜੇ ਲੋਕ ਬਹੁਤ ਜਿਹੜੇ ਆ ਚਿਮਟੇ ਵਜਾਉਣ ਵਾਲੇ ਬਾਬੇ ਵਿੱਚ ਬਹੁਤ ਐਸੇ ਵੀ ਨੇ ਜਿਹੜੇ ਸਾਰਾ ਦਿਨ ਸ਼੍ਰੋਮਣੀ ਕਮੇਟੀ ਦਾ ਰਾਗ ਲਾਪਦੇ ਨੇ। ਇਹ ਜਦੋਂ ਕੌਮ ਨੂੰ ਕੋਈ ਲੋੜ ਪੈਂਦੀ ਹੈ ਕਦੇ ਨਹੀਂ ਜਾਂਦੇ। ਇਹ ਭਾਈ ਵਡਾਲਾ ਨੇ ਉਹ ਆਪਣੇ ਆਮ ਤੌਰ 'ਤੇ ਸ਼ਬਦਾਂ ਦੇ ਵਿੱਚ ਨਰੈਣੂ ਮਹੰਤ ਜਾਂ ਬਾਦਲ ਕੋੜਮਾ ਜਾਂ ਇਸ ਤਰ੍ਹਾਂ ਦੇ SGPC ਦੇ ਮਜ਼ਦੂਰ ਜਾਂ ਉਹਨਾਂ ਦੇ ਠੇਕੇਦਾਰ, ਕਈ ਤਰ੍ਹਾਂ ਦੇ ਸ਼ਬਦ ਉਹਨਾਂ ਨੂੰ ਵਰਤਣੇ ਪੈਂਦੇ ਨੇ। ਕਿਤੇ ਨਾ ਕਿਤੇ ਕੋਈ ਸੱਚਾਈ ਤਾਂ ਹੋਵੇਗੀ ਜਿਹੜਾ ਇਸ ਤਰ੍ਹਾਂ ਇੱਕ ਸੂਝਵਾਨ ਪ੍ਰਚਾਰਕ ਜਿਹੜਾ ਇਸ ਤਰ੍ਹਾਂ ਬੋਲਦਾ ਰਹਿੰਦਾ। ਸਰਦਾਰ ਬਲਦੇਵ ਸਿੰਘ ਵਡਾਲਾ ਉਹ ਹੈ ਜਿਹਨੇ ਸਾਡੇ ਦਿੱਲੀ ਸਾਡੀ ਸਿਸਟਰ ਦੇ ਪ੍ਰੋਗਰਾਮ ਨੂੰ ਛੱਡ ਕੇ ਕੈਨੇਡਾ ਚਲਿਆ ਗਿਆ ਸੀ। ਉਦੋਂ ਮੱਕੜ ਸਾਹਿਬ ਪ੍ਰਧਾਨ ਸੀ। ਇਹਦੀ ਸ਼ਿਕਾਇਤ ਅਜੇ ਤੱਕ ਉੱਥੇ ਸਾਡੀ ਰੱਖੀ ਹੋਈ ਹੈ। ਇਹ ਜਿਹੜਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਹ ਸਾਨੂੰ ਨਰੈਣੂ ਕਹਿੰਦਾ ਜਾਂ ਫਲਾਣੇ ਕੋੜਮੇ ਕਹਿੰਦਾ। ਇਹ ਨਰੈਣੂ ਦਾ ਕੋੜਮਾ ਤਾਂ ਇਹ ਆ ਜਿਸ ਦਰਬਾਰ ਸਾਹਿਬ ਦੇ ਨਾਂ ਕਰਕੇ ਬੰਦਾ ਮਸ਼ਹੂਰ ਹੋਇਆ, ਅੱਜ ਉਸੇ ਦਰਬਾਰ ਸਾਹਿਬ ਦੇ ਮੂਹਰੇ ਬੈਠ ਕੇ ਬੇਲੋੜੀਆਂ ਗੱਲਾਂ ਕਰਦਾ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਸਾਹਿਬ ਸਿੰਘ ਵਿਰਕ, ਲੋਹਾਰ ਮਾਜਰਾ। ਅੱਜ ਆਪਣੇ ਨਾਲ ਨੇ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਚੁੰਗਾ, ਜਿਹੜੇ ਕਿ ਹਲਕਾ ਭਦੌੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਬਾਰੇ। ਸਵਾਗਤ ਹੈ ਸਿੰਘ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਹੋਣਾ ਦੀ ਰਿਹਾਈ ਦੀ ਮੰਗ ਉੱਠ ਰਹੀ ਹੈ, ਚੋਣਾਂ ਦਾ ਸਮਾਂ ਚੱਲ ਰਿਹਾ ਹੈ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਮੈਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਵਾਸਤੇ ਮੇਰੀ ਸਤਿਗੁਰੂ ਅੱਗੇ ਅਰਦਾਸ ਹੈ
ਵੀ ਜੀ ਨੇ 30 ਸਾਲ ਦਾ ਸਮਾਂ ਜਵਾਨੀ ਦੇ ਬਹੁਤ ਅਹਿਮ ਦਿਨ ਸੀ ਜ਼ਿੰਦਗੀ ਦੇ, ਉਹਨਾਂ ਨੇ ਜੇਲ੍ਹਾਂ ਦੇ ਵਿੱਚ ਗੁਜ਼ਾਰ ਦਿੱਤੇ ਨੇ। ਮੇਰੀ ਅਰਦਾਸ ਹੈ ਵੀ ਉਹਨਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜਿਹੜਾ ਹੁਣੇ ਪੰਜਾਬ ਦੇ ਵਿੱਚ ਬੜਾ ਇਹ ਇਸ਼ੂ ਆ ਜਿਹੜਾ ਉਭਾਰਿਆ ਜਾ ਰਿਹਾ ਕਿ ਕੇਜਰੀਵਾਲ ਹੈ ਜੋ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨ ਲੜ ਕੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਤੁਰਿਆ ਫਿਰਦਾ, ਵੀ ਮੈਂ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਬਣਾਵਾਂ। ਉਸ ਬੰਦੇ ਵਾਸਤੇ ਉਹਦੀ ਜਿਹੜੀ ਪ੍ਰੋਫੈਸਰ ਸਾਹਿਬ ਦੀ ਵਾਈਫ ਹੈ, ਉਹਨਾਂ ਦੀ ਮੈਂ ਇੱਕ ਦਿਨ ਇੰਟਰਵਿਊ ਦੇਖ ਰਿਹਾ ਸੀ। ਉਹਦੇ ਵਿੱਚ ਮੈਂ ਪਹਿਲਾਂ ਮੈਨੂੰ ਇਹ ਸੀ ਵੀ ਸ਼ਾਇਦ ਇਹ ਪੋਲੀਟੀਕਲ ਲੋਕ ਇਹਨੂੰ ਕੇਜਰੀਵਾਲ ਨੂੰ ਬਦਨਾਮ ਕਰਨ ਵਾਸਤੇ ਇਹ ਗੱਲ ਕਹਿੰਦੇ ਹੋਣਗੇ, ਪਰ ਜਦੋਂ ਮੈਂ ਉਹ ਮੇਰਾ ਖਿਆਲ ਬੀਬੀ ਨਵਰੀਤ ਕੌਰ ਹੈ ਉਹਨਾਂ ਦਾ ਨਾਂ, ਹਾਂ ਉਹਨਾਂ ਦੀ ਮੈਂ ਜਿਹੜੀ ਸੀ ਵੀਡੀਓ ਦੇਖੀ ਤਾਂ ਮੈਨੂੰ ਬੜੀ ਚੰਗੀ ਤਰ੍ਹਾਂ ਗੌਰ ਦੇ ਨਾਲ ਸੁਣਿਆ। ਉਹਨਾਂ ਨੇ ਦੱਸਿਆ ਵੀ 4 ਵਾਰ ਜਦੋਂ ਇਹਨਾਂ ਦੇ ਕੋਲੇ ਫਾਈਲ ਗਈ ਹੈ ਇਹਨਾਂ ਨੇ ਉਹਨੂੰ ਨੋ ਰਿਕਮੈਂਡ ਕੀਤਾ ਹੈ ਕੇਜਰੀਵਾਲ ਨੇ। ਅਤੇ ਕੇਜਰੀਵਾਲ ਨੂੰ ਇਹ ਮੈਂ ਕਹਿੰਦਾ ਪੰਜਾਬੀਆਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ। ਮੈਂ ਉਸ ਗੱਲ ਨੂੰ ਪਾਸੇ ਰੱਖ ਕੇ ਕਹਿਣਾ ਵੀ ਜਿੱਥੇ ਵੀ ਕੇਜਰੀਵਾਲ ਜਾਂਦਾ ਇਹਦੇ ਨਾਲ ਸਵਾਲ ਜਵਾਬ ਜ਼ਰੂਰ ਕੀਤਾ ਜਾਵੇ, ਇਹਨੂੰ ਪੁੱਛਿਆ ਜਾਵੇ ਕਿ ਤੇਰੀ ਕੀ ਸਿੱਖ ਕੌਮ ਦੇ ਨਾਲ, ਸਿੱਖਾਂ ਦੇ ਨਾਲ ਤੇਰੀ ਕੀ ਦੁਸ਼ਮਣੀ ਹੈ ਜਿਹੜਾ ਤੂੰ ਪ੍ਰੋਫੈਸਰ ਸਾਹਿਬ ਨੂੰ, ਜਿਸ ਦਾ ਬਹੁਤ ਸਮਾਂ ਅਹਿਮ ਦਿਨ ਜਵਾਨੀ ਦੇ ਜਿਹੜੇ ਜੇਲ੍ਹਾਂ ਦੇ ਵਿੱਚ ਗੁਜ਼ਰ ਗਏ ਨੇ, ਇਹਨੂੰ ਸਵਾਲ ਕਰਨਾ ਚਾਹੀਦਾ। ਵੋਟਾਂ ਨੂੰ ਪਰੇ ਰੱਖਣ ਲੋਕ, ਇਹਨੂੰ ਜ਼ਰੂਰ ਪੁੱਛਣ। ਔਰ ਜੇ ਇਹ ਤੋਂ ਹੁਣ ਦਬਾਅ ਬਣਾ ਕੇ ਤੁਸੀਂ ਨਾ ਛਡਾ ਸਕੇ, ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਦੇ ਸਾਰੇ 20 ਦਿਨ 25 ਦਿਨ ਦੀ ਗੇਮ ਰਹਿ ਗਈ ਆ। ਆਫਟਰ ਇਹ ਬੰਦੇ ਨੇ ਆਪਣੇ ਕਦੇ ਵੀ ਨਹੀਂ ਆਉਣਾ। ਮੈਂ ਇਹ ਵੀ ਮਹਿਸੂਸ ਕਰਦਾ ਕਿ ਦਿੱਲੀ ਤੋਂ ਕੋਈ ਵੀ ਚੱਲ ਕੇ ਆਵੇ, ਚਾਹੇ ਉਹ BJP ਹੋਵੇ, ਚਾਹੇ ਉਹ ਇਹ ਕੇਜਰੀਵਾਲ ਹੈ ਜਾਂ ਕਾਂਗਰਸ ਹੈ, ਉਹ ਕਦੇ ਸਿੱਖਾਂ ਦਾ ਹਿੱਤ, ਕਦੇ ਸਿੱਖਾਂ ਦੇ ਹਿਤੈਸ਼ੀ ਨਹੀਂ ਹੋ ਸਕਦੀ। ਸਿੱਖਾਂ ਦੇ ਹਿੱਤ ਵਾਸਤੇ ਸਿਰਫ ਉਹ ਕੁਛ ਢਕਵੰਜ ਜ਼ਰੂਰ ਕਰਦੇ ਨੇ, ਕੁਛ ਸਮਾਂ ਓੜਦੇ ਨੇ ਵੀ ਅਸੀਂ ਸਿੱਖਾਂ ਵਾਸਤੇ ਐਂ ਕਰਾਂਗੇ, ਸਿੱਖਾਂ ਵਾਸਤੇ ਐਂ ਕਰਾਂਗੇ। ਉਹਦੇ ਵਿੱਚ ਉਹਨਾਂ ਦੇ ਆਪਣੇ ਹਿੱਤ ਹੁੰਦੇ ਆ, ਉਦੋਂ ਹੀ ਕਰਦੇ ਆ। ਨਹੀਂ ਤਾਂ ਕੇਜਰੀਵਾਲ ਨੇ ਤਾਂ ਇਹ, ਮੈਂ ਸਮਝਦਾ ਵੀ ਇਹ ਬੰਦੇ ਨੇ ਨਹੀਂ ਕਰਨਾ, ਇਹ ਕੁਛ ਨਹੀਂ ਕਰਨਾ। ਇਹ ਤੋਂ ਜਵਾਬ ਲੈਣਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਵੀ, ਤੁਹਾਡੇ ਚੈਨਲ ਰਾਹੀਂ ਵੀ ਮੈਂ ਇਹਨਾਂ ਨੂੰ ਕਹਿਣਾ ਵੀ ਕੇਜਰੀਵਾਲ ਅਤੇ ਇਹਦੀ ਜਿਹੜੀ ਪਾਰਟੀ ਜਾਂ ਭਗਵੰਤ ਸਿੰਘ ਮਾਨ ਜੀ, ਜਿਨ੍ਹਾਂ ਨੂੰ ਉਹ ਕਹਿੰਦੇ ਨੇ ਵੀ ਪੰਜਾਬ ਦਾ ਮੈਂ CM ਬਣਾਉਣਾ, ਉਹ ਵੀ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਵੀ ਉਹ ਲੋਕਾਂ ਨੂੰ ਦੱਸਣ ਵੀ ਅਸੀਂ ਕਿਉਂ ਨਹੀਂ ਇਹਨਾਂ ਨੂੰ ਛੱਡਣ ਦੇ ਰਹੇ, ਕਿਉਂ ਨਹੀਂ ਅਸੀਂ ਉਹਨਾਂ ਦੀ ਫਾਈਲ ਦੇ ਉੱਤੇ ਸਾਈਨ ਕਰਦੇ। ਇਹ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਸਰ ਸਿੰਘ ਸਾਹਿਬ, ਸਿੱਖ ਕੌਮ ਦੀ ਤਰਾਸਦੀ ਰਹੀ ਹੈ। ਜੇਕਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕੀਤੀ ਜਾਵੇ, ਪਿਛਲੇ ਸਮੇਂ ਦੇ ਦੌਰਾਨ ਚਾਹੇ ਉਹ ਭਾਈ ਰਾਜੋਆਣਾ ਨੇ, ਜਗਤਾਰ ਸਿੰਘ ਹਵਾਰਾ ਨੇ, ਜਾਂ ਹੋਰ ਅਨੇਕ ਹੀ ਇਸ ਤਰ੍ਹਾਂ ਦੇ ਬੰਦੀ ਸਿੰਘ ਨੇ ਜਿਹੜੇ ਆਪਣੀ ਕੈਦ ਤੋਂ ਵੀ ਦੁੱਗਣੀ ਉਮਰ ਜਿਹੜੀ ਹੈ ਕਹਿ ਲਈਏ ਕੈਦ ਦੇ ਵਿੱਚ ਉੱਥੇ ਕੱਟ ਚੁੱਕੇ ਨੇ। ਪਿਛਲੇ ਸਮੇਂ ਦੇ ਦੌਰਾਨ ਸਮੇਂ ਦੇ ਉੱਪਰ ਬਾਦਲ ਜਦੋਂ ਸਰਕਾਰ ਸੀ ਜਾਂ ਬਾਦਲ ਸਾਹਿਬ ਚੋਣਾਂ ਵੇਲੇ ਉਹ ਵੀ ਅਕਸਰ ਅਜਿਹਾ ਜਿਹੜਾ ਹੈ ਸਵਾਲ ਜਿਹੜਾ ਹੈ ਬਾਹਰ ਲੈ ਆਉਂਦੇ ਨੇ। ਕਈ ਵਾਰੀ ਉਹਨਾਂ ਦੇ ਨਾਲ ਮੁਲਾਕਾਤਾਂ ਆਪਾਂ ਵੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ, ਜਾ ਕੇ ਜੇਲ੍ਹ ਦੇ ਵਿੱਚ ਭਾਈ ਰਾਜੋਆਣੇ ਨੂੰ ਮਿਲਣਾ। ਫਿਰ ਉਸ ਤੋਂ ਬਾਅਦ ਜਿਵੇਂ ਹੀ ਚੋਣਾਂ ਹੋ ਜਾਂਦੀਆਂ ਨੇ ਫਿਰ ਉਹ ਮੈਟਰ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਹੈ। ਇਹ ਇੱਕ ਸਿੱਖ ਕੌਮ ਦੀ ਤਰਾਸਦੀ ਹੈ। ਸਿੱਖ ਕੌਮ ਦੇ ਲੀਡਰ ਧੋਖਾ ਕਰ ਰਹੇ ਨੇ ਜਾਂ ਕਿਤੇ ਹੋਰ ਊਣਤਾਈ ਹੈ, ਸਾਡੇ ਲੋਕਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਕਮੀਆਂ ਨੇ। ਮੈਂ ਨਾ ਜੀ ਜਿੱਥੇ ਇੱਕ ਵਿਆਹ 'ਚ ਆਇਆ ਹਾਂ, ਜਿੱਥੇ ਤੁਸੀਂ ਮੈਨੂੰ ਮਿਲ ਰਹੇ ਹੋ, ਇੱਥੇ ਨਾ ਸਾਰੀਆਂ ਧਿਰਾਂ ਆਈਆਂ ਹੋਈਆਂ ਸੀ। ਮੈਂ ਉਹਨਾਂ ਕੋਲ ਨਾਲ ਵੀ ਇਹ ਗੱਲ ਸਵਾਲ ਉਠਾਇਆ ਸੀ। ਜਿਹੜੀ ਗੱਲ ਆਪਾਂ ਕਰਦੇ ਹਾਂ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਮੈਂ ਇਹਨਾਂ ਧਿਰਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਕਦੇ ਜਦੋਂ ਉਹ ਜਾਂ ਚੀਫ ਮਿਨਿਸਟਰ ਸਨ ਜਾਂ ਹੁਣ ਉਹ ਚੀਫ ਮਿਨਿਸਟਰ ਨਹੀਂ, ਇਲੈਕਸ਼ਨ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ, ਵੀ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ। ਪਰ ਸਾਡੀ ਤਰਾਸਦੀ ਕੌਮ ਦੀ ਇਹ ਆ ਵੀ ਕਦੀ ਵੀ ਅਸੀਂ ਅੱਖ ਚੱਕ ਪਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰਦੇ। ਅਸੀਂ ਕਹਿੰਦੇ ਨੇ ਵੀ ਸਰਦਾਰ ਸਾਹਿਬ ਸਰਕਾਰਾਂ ਚਲਾਓ, CM ਬਣੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰੰਤੂ ਜਿਹੜੇ ਬੰਦੀ ਸਿੰਘ ਨੇ, ਜਿਹੜੇ ਲੋਕ ਬਿਨਾਂ ਲੋੜਾ ਬਹੁਤ ਸਿਰ ਦੇ ਅੰਦਰ ਬੈਠੇ, ਉਹਨਾਂ ਨੂੰ ਛੱਡੋ। ਜਿੱਥੇ ਤੱਕ ਰਾਜੋਆਣਾ ਸਾਹਿਬ ਦੀ ਗੱਲ ਹੈ, ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸੰਗਤ ਤੋਂ ਮਾਫੀ ਮੰਗ ਕੇ ਗੱਲ ਕਹਿਣੀ ਚਾਹੁੰਦਾ ਕਿ ਰਾਜੋਆਣਾ ਸਾਹਿਬ ਦੀ ਜਿਹੜੀ ਵਕੀਲ ਫੀਸ ਹੈ, ਮੈਂ ਵੀ ਐਂਤਰਿੰਗ ਮੈਂਬਰ ਰਿਹਾ, ਉਹਦੇ 'ਚੋਂ ਪਾਸ ਹੁੰਦੇ ਰਹੀ ਆ, ਜਿਹੜੀ ਤਕਰੀਬਨ ਇੱਕ ਪੇਸ਼ੀ ਦੀ 13 ਲੱਖ ਦੇ ਕਰੀਬ ਸੀ। ਰਾਜੋਆਣਾ ਸਾਹਿਬ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਐਫਰਟ ਕੀਤਾ। ਅੱਜ ਵੀ ਅਸੀਂ ਚਾਹੁੰਦੇ ਹਾਂ ਵੀ ਸਰਦਾਰ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ ਬਾਹਰ ਆਉਣ। ਜਿੱਥੇ ਤੱਕ ਸਰਦਾਰ ਜਗਤਾਰ ਸਿੰਘ ਹਵਾਰਾ ਦੀ ਗੱਲ ਹੈ, ਮੈਂ ਇਹਨਾਂ ਲੋਕਾਂ ਦੀ ਕੁਰਬਾਨੀ ਨੂੰ ਮੈਂ ਸਿਜਦਾ ਕਰਦਾ। ਪਰ ਇਹ ਜਿਹੜੇ ਕਿਤੇ ਨਾ ਸਾਡਾ ਇਹ ਵੀ ਹੋ ਗਿਆ ਨਾ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪ੍ਰਬੰਧ ਨੂੰ ਇਹ ਜਦੋਂ ਮਾੜਾ ਕਹਿੰਦੇ, ਕੰਡੈਮ ਕਹਿੰਦੇ ਨੇ, ਉਹਦੇ 'ਚ ਅਸੀਂ ਵੀ ਆ ਜਾਂਦੇ ਹਾਂ ਜੀ। ਫਿਰ ਇੱਕ ਬੰਦਾ ਜਦੋਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਸਾਡੇ ਨਾਲ ਐਗਰੀ ਨਹੀਂ ਕਰਦਾ, ਫਿਰ ਉਹਦਾ ਕੀਤਾ ਕੀ ਜਾਵੇ। ਉੱਥੇ ਫਿਰ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਪਿੱਛੇ ਹਟ ਜਾਂਦੇ ਨੇ। ਮੈਂ ਇੱਕ ਗੱਲ ਸਿੱਖਾਂ ਨੂੰ ਜ਼ਰੂਰ ਬੇਨਤੀ ਕरूँ, ਮੇਰੇ ਭਰਾਵੋ ਪੰਜਾਬੀਓ, ਜੇਕਰ ਅਕਾਲੀ ਦਲ ਕਮਜ਼ੋਰ ਹੋ ਗਿਆ, ਇਹ ਸਰਦਾਰ ਪ੍ਰਕਾਸ਼ ਸਿੰਘ ਜਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਨਹੀਂ, ਇਹ ਪੰਜਾਬ ਦੀ ਗੱਲ ਹੈ। ਜੇ ਅਕਾਲੀ ਦਲ ਕਮਜ਼ੋਰ ਹੋ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਊ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋਊਗੀ ਤਾਂ ਪੰਜਾਬ ਦੇ ਵਿੱਚ ਸਿੱਖੀ ਦਾ ਕਾਣ ਹੋ ਜਾਊਗਾ। ਇਸ ਵਾਸਤੇ ਮੈਂ ਤਾਂ ਬੇਨਤੀ ਕਰਦਾ,
ਵੀ ਰਹੋ, ਇਕੱਠੇ ਹੋਵੋ, ਪੰਥ ਦੀ ਗੱਲ ਕਰੋ, ਤਾਂ ਹੀ ਜਿਹੜੇ ਮਸਲੇ ਆ ਤੁਹਾਡੇ ਹੱਲ ਹੋਣਗੇ। ਇਹ ਨਹੀਂ ਹੁੰਦਾ ਵੀ ਇੱਕ ਬੰਦਾ ਉੱਥੇ ਦਰਬਾਰ ਸਾਹਿਬ ਦੇ ਦੁਆਲੇ ਬੈਠ ਕੇ ਬੇਲੋੜੀਆਂ ਗੱਲਾਂ, ਜਿਵੇਂ ਬਲਦੇਵ ਸਿੰਘ ਬਡਾਲਾ ਵੀ ਹੈ। ਮੈਂ 328 ਸਰੂਪਾਂ ਵਾਲੀ ਗੱਲ ਨਹੀਂ ਸੀ ਤੁਸੀਂ ਪੁੱਛੀ, ਪਰ ਮੈਂ ਵਿੱਚ ਕਰਨੀ ਚਾਹੁੰਦਾ ਵੀ ਇਹ ਲੋਕ ਨੇ ਜਿਹੜੇ ਇਹ ਬਾਈਜਾਤ ਗੱਲਾਂ ਕਰ ਰਹੇ ਨੇ। ਉਹ ਇੱਕ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਕੇ ਉਹਨਾਂ ਨੇ ਪੈਸੇ ਸੀ ਜਿਹੜੇ ਇੱਕ ਮੁਲਾਜ਼ਮਾਂ ਨੇ ਖਾ ਲਏ, ਉਹਨਾਂ ਨੂੰ ਕਿਤੇ ਉਹਦਾ ਇੰਦਰਾਜ ਨਹੀਂ ਕੀਤਾ। ਪਰ ਇਹ ਲੋਕ ਕਹਿ ਰਹੇ ਨੇ ਜੀ ਉਹ 328 ਸਰੂਪ ਆਏ ਹੋ ਗਿਆ ਜੀ, ਉਹ ਉਧਰ ਦੇ ਤੇ ਨਾਗਪੁਰ ਦੇ ਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ 2 ਭਾਗ ਮਿਲਦੇ ਨੇ। ਉਹਨੂੰ ਲਿਜਾ ਕੇ ਕੋਈ ਨਾਗਪੁਰ ਵਾਲਿਆਂ ਕੋਲ ਬੜੀਆਂ ਪ੍ਰੈਸਾਂ, ਉਹ ਪ੍ਰੈਸ ਦੇ ਵਿੱਚ ਪ੍ਰਿੰਟ ਕਰ ਲੈਣਗੇ। ਮੈਂ ਇਹ ਗੱਲ ਇਹਨਾਂ ਨੂੰ ਜਿਹੜੇ ਲੋਕ ਸਵਾਲ ਕਰਦੇ ਨੇ ਇਹ, ਉਹਨਾਂ ਨੂੰ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਵੀ ਉਹ ਦੱਸਣ ਵੀ ਜੇ 328 ਸਰੂਪ ਸਾਡੇ ਕੋਲੋਂ ਇੱਧਰ ਉੱਧਰ ਹੋ ਗਏ ਨੇ ਤਾਂ ਉਹਨਾਂ 'ਚੋਂ ਕੋਈ ਸਰੂਪ ਲਿਆ ਕੇ ਦੱਸ ਦੇਣ ਵੀ ਆਹ ਤੁਹਾਡਾ ਦਿੱਤਾ ਹੋਇਆ ਸਰੂਪ ਅਸੀਂ ਨਾਗਪੁਰ ਤੋਂ ਲਿਆਂਦਾ, ਅਸੀਂ ਦਿੱਲੀੋਂ ਲਿਆਂਦਾ, ਅਸੀਂ ਹੈਦਰਾਬਾਦ ਤੋਂ ਲਿਆਂਦਾ। ਸੋ ਜਿਹੜੇ ਬਿਨਾਂ ਲੋੜੇ ਇਸ਼ੂ ਪੈਦੇ ਹੁੰਦੇ ਨੇ ਨਾ ਜਦੋਂ, ਉਦੋਂ ਸਾਰਾ ਸਿਸਟਮ ਜੀ ਅਪਸੈਟ ਹੋ ਜਾਂਦਾ। ਇਹ ਸਾਨੂੰ ਸ਼੍ਰੋਮਣੀ ਗੁਰਦੁਆਰਾ ਅਕਾਲੀ ਦਲ ਦੇ ਨਾਲ ਨਾ ਇੱਦਾਂ ਨਹੀਂ ਕਰਨਾ ਚਾਹੀਦਾ ਜਿੱਦਾਂ ਇਹ ਲੋਕ ਬੋਲਦੇ ਆ। ਜੇਕਰ ਤੁਹਾਡੀ ਗੱਲਬਾਤ ਤੋਂ ਵੇਖਿਆ ਜਾਵੇ ਕਿਤੇ ਨਾ ਕਿਤੇ ਇਹ ਤਾਂ ਤੁਸੀਂ ਵੀ ਮੰਨ ਰਹੇ ਹੋ ਨਾ ਵੀ ਇੱਕ ਖਾਮੀ ਸੀ SGPC ਦੀ, ਜਿੱਥੇ ਇੰਦਰਾਜ ਨਹੀਂ ਹੋਇਆ। ਇੰਨਾ ਬਹੁਤ ਹੀ ਜਿਹੜਾ ਇੱਕ ਗੰਭੀਰ ਮਸਲਾ ਹੋਵੇ, ਸਾਡੇ ਗੁਰੂ ਦੀ ਗੱਲ ਹੋਵੇ, ਉੱਥੇ ਇੰਦਰਾਜ ਨਾ ਕਰਨਾ ਇੱਕ ਬੜੀ ਵੱਡੀ ਗਲਤੀ ਹੈ। ਬਿਲਕੁਲ ਜੀ, ਬਿਲਕੁਲ। ਮੈਂ ਇਸ ਗੱਲ ਦੀ ਕੌਮ ਤੋਂ ਮਾਫੀ ਮੰਗਦਾ। ਮੈਂ ਵੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਗ ਹਾਂ। ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਹੋਇਆ। ਇਸੇ ਕਰਕੇ ਅਗਰ ਇਹ ਹੋਇਆ ਸੀ ਤਾਂ ਹੀ ਸਾਨੂੰ ਅੱਜ ਜਵਾਬ ਦੇਣੇ ਪੈਂਦੇ ਆ। ਪਰ ਇਹ ਗੱਲ ਨਹੀਂ ਸੀ ਹੈ ਵੀ ਗੁਰੂ ਗ੍ਰੰਥ ਸਾਹਿਬ ਕਿਤੇ ਗਲਤ ਜਗ੍ਹਾ ਚਲੇ ਗਏ, ਐਸਾ ਕੁਛ ਨਹੀਂ ਸੀ। ਉਹ ਮੇਰੀ ਮੈਂ ਕੌਮ ਨੂੰ ਸਪਸ਼ਟ ਕਰਨਾ ਚਾਹੁੰਦਾ ਵੀ ਐਸਾ ਕੁਛ ਨਹੀਂ ਹੈ। ਇਹਨਾਂ ਲੋਕਾਂ ਨੂੰ ਜਿਹੜੇ ਦੁਰਪ੍ਰਚਾਰ ਕਰਦੇ ਨੇ ਉਹਨਾਂ ਦੀ ਗੱਲ ਨੂੰ ਨਾ ਸੁਣੋ। ਮੇਰੇ ਤਾਂ ਯਾਰ ਐਸੇ ਸਿੱਖ ਤਾਂ ਐਸੇ ਹੋ ਗਏ, ਮੈਂ ਬੜਾ ਅਫਸੋਸ ਹੁੰਦਾ ਜਦੋਂ ਇਹ ਕਹਿੰਦੇ ਨੇ ਵੀ ਉੱਥੇ ਸ੍ਰੀ ਅੰਮ੍ਰਿਤਸਰ ਜਾਓ, ਦਰਬਾਰ ਸਾਹਿਬ ਗੋਲਕ 'ਚ ਪੈਸਾ ਨਾ ਪਾਓ। ਇਹ ਕਿਆ ਗੁਰੂ ਰਾਮਦਾਸ ਦਾ ਘਰ ਹੈ ਜੀ? ਮੇਰੇ ਵਰਗੇ ਗਰੀਬ ਬੰਦਾ ਜੇ 10 ਰੁਪਏ ਉੱਥੇ ਨਹੀਂ ਪਾਊਗਾ, ਮੇਰੇ ਵਰਗਾ, ਤਾਂ ਮੇਰੇ 10 ਰੁਪਈਆਂ ਨਾਲ ਜਾਂ 100-500 ਨਾਲ ਚੱਲਦਾ। ਉੱਥੇ ਕਰੋੜਾਂ ਰੁਪਏ ਦੇਣ ਵਾਲੇ ਸਿੱਖ, ਜਾਨਾਂ ਨਿਸ਼ਾਵਰ ਕਰਨ ਵਾਲਾ ਸਿੱਖ ਨੇ ਆ ਜਿਹੜੇ ਕਹਿੰਦੇ ਦਰਬਾਰ ਸਾਹਿਬ ਵਾਸਤੇ ਜਾਨ ਵੀ ਹਾਜ਼ਰ ਆ, ਪੈਸਾ ਤਾਂ ਗੱਲ ਹੀ ਕੋਈ ਨਹੀਂ ਹੈ। ਸਿੰਘ ਸਾਹਿਬ, ਤੁਸੀਂ ਹੁਣ ਗੱਲ ਕਰਤੀ ਹੈ ਵਿੱਚ ਗੋਲਕ ਦੀ ਵੀ, ਇਹ ਬਹੁਤ ਵਾਕਈ ਨਿੰਦਣਯੋਗ ਗੱਲ ਹੈ ਕਿ ਆਪਣੇ ਗੁਰੂ ਮਹਾਰਾਜ ਨੇ ਜਿਹੜਾ ਗੋਲਕ ਹੈ ਅਸਲ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਇੱਧਰ, ਜੇ ਕੋਈ ਗੰਭੀਰਤਾ ਨਾਲ ਸਮਝਦਾ ਇੱਕ ਸਿੱਖ ਫਲਸਫੇ ਨੂੰ। ਪਰ ਜੇ ਗੱਲ ਕੀਤੀ ਜਾਵੇ ਆਮ ਸੰਗਤ ਦੀ, ਉਹਨਾਂ ਦੀਆਂ ਆਮ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਜਦੋਂ ਅਸੀਂ ਉੱਥੇ ਜਾਂਦੇ ਹੈਗੇ ਉੱਥੇ ਯਾਤਰੀਆਂ ਨੂੰ ਕੋਈ ਕਮਰਾ ਵੀ ਨਹੀਂ ਦਿੱਤਾ ਜਾਂਦਾ ਜਾਂ ਰਿਸ਼ਵਤ ਲਈ ਜਾਂਦੀ ਹੈ। ਨਹੀਂ, ਰਿਸ਼ਵਤ ਨਹੀਂ ਲਈ ਜਾਂਦੀ ਜੀ। ਕਮਰਿਆਂ ਦਾ ਨਾ 2-3 ਸਰਾਵਾਂ ਦਾ ਹੈਗਾ, NRI ਸਰਾਵਾਂ, ਉਹਨਾਂ ਦਾ ਸਿਰਫ ਓਨਲੀ 500 ਰੁਪਇਆ, 300 ਰੁਪਇਆ, 200 ਰੁਪਇਆ। ਸ਼੍ਰੀ ਗੁਰੂ ਰਾਮਦਾਸ ਸਰਾਂ ਜਿਹੜੀ ਟੋਟਲ ਫ੍ਰੀ ਹੈ। ਦੇਖੋ, ਇਹ ਜ਼ਰੂਰ ਮੈਂ ਕਹਿੰਦਾ ਵੀ ਮਾੜਾ ਮੋਟਾ ਸਾਡੇ ਕਹਿਣ ਨਾਲ ਕਮਰੇ ਮਿਲਦੇ ਆ। ਮੈਂ ਨਹੀਂ ਮੁੱਕਰਨਾ ਤੁਹਾਡੇ ਮੂਹਰੇ ਬੈਠ ਕੇ, ਮੈਂ ਪ੍ਰੈਸ ਦੇ ਵਿੱਚ ਬੈਠਾ ਮੈਂ ਐਵੇਂ ਕਹਾਂ ਨਹੀਂ ਹੁੰਦਾ, ਨਹੀਂ ਹੁੰਦਾ। ਇਹ ਹੁੰਦਾ। ਹੁਣ ਮੰਨ ਲਓ ਵੀ ਤੁਸੀਂ ਹੀ ਜਾਂਦੇ ਹੋ, ਤੁਹਾਡਾ ਮੇਰੇ ਨਾਲ ਅੱਜ ਲਿੰਕ ਹੋ ਗਿਆ, ਤੁਸੀਂ ਪਟਿਆਲੇ ਤੋਂ ਚੱਲ ਕੇ ਆਏ, ਤੁਸੀਂ ਮੇਰਾ ਨੰਬਰ ਲੈ ਲਿਆ। ਕੱਲ੍ਹ ਨੂੰ ਤੁਹਾਡੇ ਨਾਲ ਬੱਚੀ ਆ, ਕੋਈ ਬਜ਼ੁਰਗ ਆ, ਤੁਸੀਂ ਮੈਨੂੰ ਕਹੋਗੇ ਜਥੇਦਾਰ ਜੀ ਕਹਿ ਦਿਓ, ਉੱਥੇ ਥੋੜ੍ਹਾ ਬੜਾ ਕਹਿ ਨਾ। ਪਰ ਇਹ ਨਹੀਂ ਵੀ ਉਹ ਸਾਰੇ ਕਮਰੇ ਹੀ ਮੇਰੇ ਕਹਿਣ ਨਾਲ ਜਾਂ ਮੈਂਬਰਾਂ ਦੇ ਕਹਿਣ ਨਾਲ ਦਿੱਤੇ ਜਾਂਦੇ। ਕੋਈ 5-7-10 ਕਮਰੇ ਅਸੀਂ ਕਿਤੇ ਕਹਿ ਦਿੰਦੇ ਆ, ਉਹ ਮਿਲ ਵੀ ਜਾਂਦੇ ਆ। ਐਸਾ ਕੁਛ ਨਹੀਂ। ਗੁਰੂ ਕੀ ਗੋਲਕ, ਗਰੀਬ ਦਾ ਜਿਹੜਾ ਮੂੰਹ ਗੁਰੂ ਕੀ ਗੋਲਕ ਹੈ। ਲੱਖਾਂ ਲੋਕ ਉੱਥੇ ਜਾਂਦੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਸੰਭਾਲਣ ਵਾਸਤੇ ਇੱਕ ਪ੍ਰਬੰਧ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਸਮੁੱਚੇ ਮੈਂਬਰ, ਉਹਦੀ ਕਾਰਜਕਾਰਨੀ, ਉਹਦੇ ਮਾਨਯੋਗ ਪ੍ਰਧਾਨ ਸਾਹਿਬ ਜਿਵੇਂ ਹਰਜਿੰਦਰ ਸਿੰਘ ਜੀ ਧਾਮੀ ਆ, ਉਹ ਸਾਰੇ ਐਫਰਟ ਕਰਦੇ ਆ, ਫੇਰ ਹੀ ਇਹ ਪ੍ਰਬੰਧ ਠੀਕ ਰਹਿੰਦੇ ਨੇ ਜੀ। ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਜਾਂ ਅਜੋਕੇ ਸਮੇਂ ਵੇਖਿਆ ਜਾਵੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦੂਰ ਤੱਕ ਸਿੱਖ ਕੌਮ ਜਾਂ ਪੰਜਾਬੀ ਭਾਈਚਾਰਾ ਰਹਿੰਦਾ। ਜਦੋਂ ਵੀ ਕਿਤੇ ਵਿਦੇਸ਼ਾਂ ਦੇ ਵਿੱਚ ਕੋਈ ਮੁਸੀਬਤ ਵੱਡੀ ਆਣ ਪੈਂਦੀ ਹੈ ਤਾਂ ਅਖੀਰ ਦਾ ਦਰਵਾਜ਼ਾ ਜਿਹੜਾ ਹੁੰਦਾ ਉਹ SGPC ਦਾ ਹੁੰਦਾ ਹੈ। ਇੱਧਰ ਗੁਹਾਰ ਲਾਈ ਜਾਂਦੀ ਹੈ ਅਤੇ ਉਹ ਮੰਨੀ ਵੀ ਜਾਂਦੀ ਹੈ। ਮਤਲਬ ਸੰਗਤ ਚਾਹੇ SGPC ਦੇ ਪ੍ਰਧਾਨ ਜ਼ੋਰ ਲਾਉਣ ਜਾਂ ਉਹ ਅਕਾਲੀ ਦਲ ਸਾਹਿਬ ਦੇ ਪ੍ਰਧਾਨ ਹੋਣ, ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਊਣਤਾਈਆਂ ਨੇ, ਕੁਛ ਭਾਈਚਾਰਾ ਜਿਵੇਂ ਸੰਤ ਸਮਾਜ ਪਿੱਛੇ ਬਣਿਆ ਸੀ, ਅੱਜ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੀਏ ਉਹਨਾਂ ਦੇ ਵਿੱਚੋਂ ਹੀ ਫਿਰ ਦੁਬਾਰੇ ਕਈ ਅਲੱਗ-ਅਲੱਗ ਹੋ ਗਏ ਨੇ। ਕਿ SGPC ਜਿਹੜੇ ਪ੍ਰਧਾਨ ਸਾਹਿਬ ਨੇ ਜਾਂ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਇਕੱਤਰਤਾ ਕਰਕੇ ਕੋਈ ਇਹੋ ਜਿਹੀਆਂ ਚਾਰਾਜੋਈਆਂ ਕਰਦੇ ਰਹਿੰਦੇ ਨੇ ਵੀ ਸਾਰੀ ਸਿੱਖ ਕੌਮ ਇਕੱਠੀ ਰਹੇ। ਮੈਂ ਤੁਹਾਨੂੰ ਇੱਕ ਗੱਲ ਇਤਿਹਾਸਕ ਦੱਸਣੀ ਚਾਹੁੰਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸੰਸਾਰ ਤੋਂ ਚਲੇ ਗਏ, ਕੁਝ ਸਮੇਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦੀਆਂ 12 ਮਿਸਲਾਂ ਬਣ ਗਈਆਂ ਔਰ 12 ਮਿਸਲਾਂ ਆਪਸ ਵਿੱਚ ਹੀ ਬਹੁਤ ਚਿਰ ਲੜਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਤਾਂ ਵੈਸੇ ਉਹਨਾਂ ਦੇ ਨਾਲ ਠੀਕ ਢੰਗ ਨਾਲ ਆ ਗਏ ਉਹਨਾਂ ਨੂੰ ਤਾਂ ਲੈ ਲਿਆ, ਜਿਹੜੇ ਨਹੀਂ ਆਏ ਉਹਨਾਂ ਨੂੰ ਲੜਾਕੇ ਵੀ ਆਪਣੇ ਨਾਲ ਰਲਾ ਕੇ ਅਧੀਨ ਕਰਕੇ ਉਹਨਾਂ ਨੂੰ ਰਾਜ ਦੇ ਕੇ ਉਹਨਾਂ ਨੂੰ ਇੱਕ ਕੀਤਾ। ਜਿਹੜੀ ਇਹ ਕੌਮ ਹੈਗੀ ਸ਼ੇਰਾਂ ਦੀ, ਸ਼ੇਰ ਕਦੇ ਦੋ ਇਕੱਠੇ ਨਹੀਂ ਬੈਠਦੇ, ਇੱਕ ਦੂਜੇ ਨੂੰ ਘੂਰਦੇ ਰਹਿੰਦੇ ਨੇ। ਸਾਡੇ ਵਿੱਚ ਵੀ ਇਹ ਕੌਮ ਦੇ ਵਿੱਚ ਹੈਗੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ 2 ਸਵਾਲ ਕਰ ਗਏ। ਇੱਕ ਤਾਂ ਤੁਸੀਂ ਕਰ ਗਏ ਬਾਹਰ ਲੋਕ ਇੱਧਰ ਦੇਖਦੇ ਨੇ। ਮੈਂ ਸਿੱਖ ਕੌਮ ਨੂੰ ਇਹ ਗੱਲ ਕਹਿਣੀ ਚਾਹੁੰਦਾ, ਮੇਰੀ ਅਪੀਲ ਹੈ ਮੇਰੇ ਲੋਕਾਂ ਨੂੰ
ਕਿ ਇੱਕੋ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਦੋਂ ਸਿੱਖਾਂ ਨੂੰ ਕਿਤੇ ਲੋੜ ਪੈਂਦੀ ਹੈ ਉਹਨਾਂ ਦੀ ਜਾ ਕੇ ਬਾਂਹ ਫੜਦੀ ਹੈ। ਜਿਹੜੇ ਲੋਕ ਬਹੁਤ ਜਿਹੜੇ ਆ ਚਿਮਟੇ ਵਜਾਉਣ ਵਾਲੇ ਬਾਬੇ ਵਿੱਚ ਬਹੁਤ ਐਸੇ ਵੀ ਨੇ ਜਿਹੜੇ ਸਾਰਾ ਦਿਨ ਸ਼੍ਰੋਮਣੀ ਕਮੇਟੀ ਦਾ ਰਾਗ ਲਾਪਦੇ ਨੇ, ਇਹ ਜਦੋਂ ਕੌਮ ਨੂੰ ਕੋਈ ਲੋੜ ਪੈਂਦੀ ਹੈ ਕਦੇ ਨਹੀਂ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪਹਿਲਾਂ ਵੀ ਦੱਸੀ ਹੈ, ਜਿੱਥੇ ਦਿਆ ਸਿੰਘ ਲਿਹੌਰਗੇ ਵਰਗਿਆਂ ਦੀ ਵੀ ਮੈਂ ਮਾफ़ੀ ਮੰਗਦਾ ਇਸ ਗੱਲ ਦੀ, ਮੈਨੂੰ ਨਹੀਂ ਕਹਿਣਾ ਚਾਹੀਦਾ ਇਹ, ਪਰ ਦੱਸਣ ਵਾਸਤੇ ਸੰਗਤ ਨੂੰ ਵੀ ਅਸੀਂ ਹਰ ਇੱਕ ਦੀ ਮਦਦ ਕੀਤੀ। 95-96% ਧਰਮੀ ਫੌਜੀ ਸੀ ਜਿਹੜੇ, ਅੱਜ ਉਹਨਾਂ ਦੀ ਤੀਜੀ ਜਿਹੜੀ ਪੀੜ੍ਹੀ ਆ ਉਹਨੂੰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦੇ ਪ੍ਰਬੰਧ ਦੇ ਵਿੱਚ ਨੌਕਰੀ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪੂਰੇ ਹਿੰਦੁਸਤਾਨ ਨਹੀਂ ਦੁਨੀਆ ਦੇ ਸਿੱਖਾਂ ਦੀ ਬਾਂਹ ਫੜਦੀ ਹੈ ਔਰ ਸਾਡੀ ਜ਼ਿੰਮੇਵਾਰੀ ਹੈ। ਲੋਕ ਸਾਨੂੰ ਜ਼ਿੰਮੇਵਾਰ ਬਣਾਉਂਦੇ ਨੇ, ਅਸੀਂ ਕੋਈ ਇਹ ਵਾਧੂ ਗੱਲ ਨਹੀਂ ਕਰਦੇ। ਜਿਸ ਤਰ੍ਹਾਂ ਅਖੀਰ ਦੇ ਵਿੱਚ ਇੱਕ ਮੇਰਾ ਹੋਰ ਸਵਾਲ ਰੱਖਣਾ ਚਾਹਾਂਗੇ, ਭਾਈ ਵਡਾਲਾ ਨੇ ਉਹ ਆਪਣੇ ਆਮ ਤੌਰ 'ਤੇ ਸ਼ਬਦਾਂ ਦੇ ਵਿੱਚ ਨਰੈਣੂ ਮਹੰਤ ਜਾਂ ਬਾਦਲ ਕੋੜਮਾ ਜਾਂ ਇਸ ਤਰ੍ਹਾਂ ਦੇ SGPC ਦੇ ਮਜ਼ਦੂਰ ਜਾਂ ਉਹਨਾਂ ਦੇ ਠੇਕੇਦਾਰ, ਕਈ ਤਰ੍ਹਾਂ ਦੇ ਸ਼ਬਦ ਉਹਨਾਂ ਨੂੰ ਵਰਤਣੇ ਪੈਂਦੇ ਨੇ। ਕਿਤੇ ਨਾ ਕਿਤੇ ਕੋਈ ਸੱਚਾਈ ਤਾਂ ਹੋਵੇਗੀ ਜਿਹੜਾ ਇਸ ਤਰ੍ਹਾਂ ਇੱਕ ਸੂਝਵਾਨ ਪ੍ਰਚਾਰਕ ਜਿਹੜਾ ਇਸ ਤਰ੍ਹਾਂ ਬੋਲਦਾ ਰਹਿੰਦਾ। ਪਹਿਲੀ ਗੱਲ ਤਾਂ ਮੈਂ ਮਾफ़ੀ ਮੰਗਦਾ ਵੀ ਉਹ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਰਿਹਾ ਵੀ ਮੈਂ ਉਹਨੂੰ ਕੁਛ ਨਾ ਕਹਾਂ ਚੰਗਾ, ਪਰ ਸਵਾਲ ਦਾ ਜਵਾਬ ਦੇਣ ਵਾਸਤੇ ਮੈਂ ਹੁਣ ਜ਼ਰੂਰ ਬੋਲੂੰਗਾ। ਸਰਦਾਰ ਬਲਦੇਵ ਸਿੰਘ ਵਡਾਲਾ ਉਹ ਹੈ ਜਿਹਨੇ ਸਾਡੇ ਦਿੱਲੀ ਸਾਡੀ ਸਿਸਟਰ ਦੇ ਪ੍ਰੋਗਰਾਮ ਨੂੰ ਛੱਡ ਕੇ ਕੈਨੇਡਾ ਚਲਿਆ ਗਿਆ ਸੀ। ਉਦੋਂ ਮੱਕੜ ਸਾਹਿਬ ਪ੍ਰਧਾਨ ਸੀ। ਇਹਦੀ ਸ਼ਿਕਾਇਤ ਅਜੇ ਤੱਕ ਉੱਥੇ ਸਾਡੀ ਰੱਖੀ ਹੋਈ ਹੈ। ਇਹ ਜਿਹੜਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਹ ਸਾਨੂੰ ਨਰੈਣੂ ਕਹਿੰਦਾ ਜਾਂ ਫਲਾਣੇ ਕੋੜਮੇ ਕਹਿੰਦਾ। ਇਹ ਨਰੈਣੂ ਦਾ ਕੋੜਮਾ ਤਾਂ ਇਹ ਆ ਜਿਸ ਦਰਬਾਰ ਸਾਹਿਬ ਦੇ ਨਾਂ ਕਰਕੇ ਬੰਦਾ ਮਸ਼ਹੂਰ ਹੋਇਆ, ਅੱਜ ਉਸੇ ਦਰਬਾਰ ਸਾਹਿਬ ਦੇ ਮੂਹਰੇ ਬੈਠ ਕੇ ਬੇਲੋੜੀਆਂ ਗੱਲਾਂ ਕਰਦਾ। ਜਿੱਥੇ ਰਿਹਾ ਸੀ ਅੱਜ ਵੀ ਸਾਡੇ ਕੋਲ ਇੰਨੇ ਰਾਗੀ ਜਥੇ ਆ, ਉਹਨਾਂ ਨੂੰ ਪੁੱਛੋ ਇਹ ਲੋਕਾਂ ਦਾ ਜੀ ਜਿਹੜੀ ਰੋਟੀ ਆ ਨਾ ਇਸ ਵੇਲੇ ਇਹਨਾਂ ਨੂੰ ਆਉਂਦੇ ਆ ਪੈਸੇ। ਇਹਨਾਂ ਨੂੰ ਕੁਛ ਲੋਕ ਜਿਹੜੇ ਅਗੇਂਸਟ ਹੁੰਦੀ ਹੈ ਸਾਰੇ, ਮੈਂ ਪਹਿਲਾਂ ਕਿਹਾ ਵੀ ਪੰਥ 'ਚ ਕਈ ਧਰਾਵਾਂ ਚੱਲਦੀਆਂ, ਕਈ ਪਾਰਟੀਆਂ ਨੇ, ਉਹ ਲੋਕ ਇਹਨਾਂ ਨੂੰ ਪੈਸੇ ਦਿੰਦੇ ਨੇ, ਉਹ ਸਾਨੂੰ ਬਸ ਇਹਨਾਂ ਦਾ ਕੰਮ ਚੱਲਦਾ, ਇਹ ਰੋਟੀ ਚਲਾ ਰਹੇ ਨੇ। ਅਸਲ ਦੇ ਵਿੱਚ ਨਰੈਣੂ ਬਲਦੇਵ ਸਿੰਘ ਵਡਾਲਾ ਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅਸੀਂ ਲੋਕ ਉਹ ਹੈ 15 ਸਾਲ ਹੋ ਗਏ ਇੱਥੇ ਸਾਨੂੰ ਸੇਵਾ ਕਰਦਿਆਂ ਨੂੰ। ਸਰਦਾਰ ਸਾਹਿਬ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ, 2 ਕਾਲਜ SGPC ਚਲਾਉਂਦੀ ਇੱਥੇ, SGPC ਚਲਾਉਂਦੀ ਮੈਡੀਕਲ ਯੂਨੀਵਰਸਿਟੀ, SGPC ਚਲਾਉਂਦੀ ਆ ਕਿੰਨੇ ਇੰਜੀਨੀਅਰਿੰਗ ਕਾਲਜ ਜਿੱਥੇ ਸਭ ਤੋਂ ਜ਼ਿਆਦਾ ਫੀਸਾਂ ਨੇ, ਘੱਟ ਫੀਸਾਂ ਨੇ ਲਈਆਂ ਜਾਂਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਪਿੱਛੇ ਕਿਸਾਨ ਅੰਦੋਲਨ ਦੇ ਵਿੱਚ ਮੇਰੇ ਹਲਕਾ ਭਦੌੜ ਦੇ ਜਿਹੜੇ ਜ਼ਿਮੀਂਦਾਰ ਉੱਥੇ ਸ਼ਹੀਦ ਹੋਏ ਸਿੰਘੂ ਬਾਰਡਰ 'ਤੇ, ਉਹਨਾਂ ਨੂੰ ਅਸੀਂ 15 ਸ਼ਹੀਦ ਹੋਏ, 15 ਨੂੰ 15 ਲੱਖ ਰੁਪਇਆ ਸੀ, ਲੱਖ ਰੁਪਇਆ ਬੀਬੀ ਜਗੀਰ ਕੌਰ ਪ੍ਰਧਾਨ ਸੀ ਉਹਨਾਂ ਦੇ ਰਾਹੀਂ ਵੀ, ਹੁਣ ਮਾਨਯੋਗ ਧਾਮੀ ਸਾਹਿਬ ਦੇ ਰਾਹੀਂ ਵੀ ਦਿੱਤਾ ਹੈ। ਸੋ ਮੈਂ ਇਹ ਬੇਨਤੀ ਕਰਦਾ ਵੀ ਇਹ ਵਡਾਲਾ ਜਿਹੜਾ ਜੀ ਇਹਨਾਂ ਦੀਆਂ ਗੱਲਾਂ ਦਾ ਇਹਨਾਂ ਨੂੰ ਤਾਂ ਮੈਂ ਤਾਂ ਇਹਨਾਂ ਨੂੰ ਬੌਦਰ ਹੀ ਨਹੀਂ ਕਰਦਾ। ਤੁਸੀਂ ਸਵਾਲ ਕਰਤਾ, ਮੈਂ ਇਹਦਾ ਜਵਾਬ ਦਿੱਤਾ। ਅਸੀਂ ਨਹੀਂ, ਵਡਾਲਾ ਨਰੈਣੂ ਹੈ, ਵਡਾਲਾ ਹੀ ਇਹ ਮਾੜਾ ਬੰਦਾ। ਅਗਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਥੋਂ ਕੀ ਲੈਣਾ ਸੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਂ, ਅਕਾਲੀ ਦਲ ਨੇ ਸਾਨੂੰ ਬਣਾਇਆ, ਸਾਨੂੰ ਕੀ ਹੈ ਜੀ? ਉਹ ਸਾਡਾ ਪ੍ਰਧਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ, ਜਿਹੜਾ ਟਿਕਟ ਦਿੰਦਾ ਨਾ ਸਰਦਾਰਾ, ਉਹੀ ਬੰਦਾ। ਕਿ ਹੁਣ ਕੇਜਰੀਵਾਲ ਨਹੀਂ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਕੇਜਰੀਵਾਲ ਨਹੀਂ ਬੋਰਡ ਲਾਈ ਬੈਠਾ ਪੰਜਾਬ ਦੇ ਵਿੱਚ ਇੱਕ ਮੌਕਾ ਕੇਜਰੀਵਾਲ ਨੂੰ। ਉਹ ਕੌਣ ਹੁੰਦਾ ਪੰਜਾਬ ਦੇ ਵਿੱਚ ਮੌਕਾ ਭਾਲਣ ਵਾਲਾ? ਦੂਜੀ ਸੋਨੀਆ ਗਾਂਧੀ, ਰਾਹੁਲ ਗਾਂਧੀ ਇੱਥੇ ਕਰ ਰਿਹਾ, ਸਾਰੀ ਦਖਲਅੰਦਾਜ਼ੀ ਹੈ ਉਹਨਾਂ ਦੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਡਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ, ਉਹਨਾਂ ਨੇ ਸਾਨੂੰ ਟਰੈਕਟਰ ਚੋਣ ਨਿਸ਼ਾਨ ਦਿੱਤਾ ਜੀ। ਇਹ ਸਾਰੀਆਂ ਦੁਸ਼ਪ੍ਰਚਾਰ ਆ। ਇਹ ਵਡਾਲੇ ਬਰੂੜਾ ਇਹਨਾਂ ਨੂੰ ਕੱਖ ਨਹੀਂ। ਇਹ ਦਿੱਲੀ ਵੀ ਇਲੈਕਸ਼ਨ ਲੜਨ ਗਿਆ 2 ਵਾਰ, ਦਿੱਲੀ ਇਹਨੂੰ ਲੋਕਾਂ ਨੇ ਧੂੜ ਚਟਾਤੀ। ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫੇਰ ਕਾਮਯਾਬ ਹੋਇਆ। ਜੇ ਇਹ ਲੋਕ ਸੱਚੇ ਹੁੰਦੇ ਤਾਂ ਇਹਨਾਂ ਨੂੰ ਲੋਕ ਕਾਮਯਾਬ ਕਰਦੇ। ਇਹਨਾਂ ਦੇ ਪੈਸੇ ਚੱਲਦੇ, ਰੋਟੀ ਇਹਨਾਂ ਦੀ ਰੋਜੀ ਚੱਲਦੀ ਹੈ, ਬਸ ਹੋਰ ਕੁਛ ਨਹੀਂ। ਵਡਾਲੇ ਨੂੰ ਮੈਂ ਬੌਦਰ ਨਹੀਂ ਕਰਦਾ ਬਾਲਾ। ਜਿਸ ਤਰ੍ਹਾਂ ਤੁਸੀਂ ਵਿੱਚ ਇੱਕ ਇਹ ਵੀ ਹੁਣ ਜ਼ਿਕਰ ਕਰ ਦਿੱਤਾ ਕਿ ਕੇਜਰੀਵਾਲ ਬਾਹਰ ਤੋਂ ਹੈ, ਪਰ ਆਪਣਾ ਇੱਕ ਭਾਰਤ ਦੇਸ਼ ਹੈ, ਇਸ ਦੇ ਵਿੱਚ ਸਾਰੇ ਇਕੱਠੇ ਨੇ, ਹਰੇਕ ਨੂੰ ਅਧਿਕਾਰ ਹੈ, ਉਹ ਕਿਤੇ ਵੀ ਆ ਜਾ ਸਕਦਾ ਹੈ। ਜੇ ਆਪਾਂ ਬਾਦਲ ਸਾਹਿਬ ਹੋਰਾਂ ਦੀ ਗੱਲ ਕਰ ਲਈਏ, ਇਹਨਾਂ ਦੇ ਹਰਿਆਣੇ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਜਿਹੜਾ, ਉਹਨਾਂ ਦੇ ਨਾਲ ਬੜੇ ਗੂੜੇ ਸੰਬੰਧ ਨੇ, ਵੱਡੀ ਜਾਇਦਾਦ ਵੀ ਹੈ। ਇਸੇ ਤਰ੍ਹਾਂ ਹਰਿਆਣਵੀਆਂ ਦੀ ਜਿਹੜੀ ਜਾਇਦਾਦ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੱਧਰ ਤੇ ਉਹ ਫੈਲੇ ਹੋਏ ਨੇ। ਕੀ ਕਹਿਣਾ ਚਾਹੋਗੇ? ਇਹਦੇ ਜਿਹੜੀ ਗੱਲ ਆ ਨਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉੱਥੇ ਉਹਨਾਂ ਦੀ ਜਾਇਦਾਦ ਨਾ ਹਰਿਆਣੇ ਦੇ ਵਿੱਚ, ਪਰ ਕੇਜਰੀਵਾਲ ਦੀ ਤਾਂ ਪੰਜਾਬ 'ਚ ਕੋਈ ਜਾਇਦਾਦ ਨਹੀਂ ਹੈਗੀ। ਇਹ ਮੈਂ ਤੁਹਾਡੀ ਗੱਲ ਮੰਨਦਾ ਵੀ ਜੋ ਸਾਡਾ ਇੰਸਟੀਚਿਊਸ਼ਨ ਹੈ, ਜੋ ਸਾਡਾ ਸੰਵਿਧਾਨ ਆ, ਇਹ ਸਭ ਨੂੰ ਰਾਈਟ ਦਿੰਦਾ, ਪਰ ਇਹ ਲੋਕ ਯਾਰ ਉਹ ਆ ਭਰਾਵਾ ਜਿਨ੍ਹਾਂ ਨੇ ਭੁੱਲਰ ਨੂੰ ਰਿਹਾ ਨਹੀਂ ਹੋਣ ਦਿੱਤਾ, ਜਿਹੜੇ ਇਹਨਾਂ ਦੇ ਅੰਡਰ ਆ। ਇਹ ਉਹ ਲੋਕ ਆ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਉਦੋਂ ਇਹ ਇੱਥੇ ਕੁਛ ਹੋਰ ਹੁੰਦੇ ਆ, ਹਰਿਆਣੇ ਕੁਛ ਹੋਰ ਹੁੰਦੇ ਆ, ਦਿੱਲੀ ਹੋਰ। ਇਹ ਉਹ ਲੋਕ ਹੈ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ 3 ਕਾਨੂੰਨਾਂ ਨੂੰ ਰੋਕਣ ਦਾ ਮਤਾ ਪਾਸ ਨਹੀਂ ਕੀਤਾ, ਅੱਜ ਤੱਕ ਵੀ ਨਹੀਂ ਪਾਸ ਕੀਤਾ ਹੋਇਆ। ਇਹ ਉਹ ਲੋਕ ਹੈ ਜਿੰਨਾ ਚਿਰ ਇਹਨਾਂ ਦਾ ਪਹਿਲਾਂ ਇਹ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਹੈ, ਅਸੀਂ ਇਹਨਾਂ ਨੂੰ ਐਂ ਕਰਾਂਗੇ, ਮਗਰੋਂ ਆਪਦੇ ਬੰਦੇ ਪਹਿਲਾਂ ਖੜੇ ਸਾਰੇ ਜਗ੍ਹਾ ਖੜੇ ਕਰਕੇ ਰਾਜੇਵਾਲ ਨੂੰ ਉਹ ਮਾਰਿਆ, ਪੂੰਝ
ਕੇ ਜਿਵੇਂ ਆਪਾਂ ਕਹਿੰਦੇ ਵੀ ਪੂੰਝ ਕੇ ਪਰੇ ਮਾਰਿਆ ਰਾਜੇਵਾਲ ਨੂੰ ਇਹਨਾਂ ਨੇ। ਇਸ ਵਾਸਤੇ ਮੈਂ ਇਸ ਨਹੀਂ ਕਹਿੰਦਾ ਵੀ ਉਹ ਕਿਉਂ ਨਾ ਆਵੇ ਜਾਵੇ, ਉਹ ਬੰਦਾ ਇਹ ਕਿ ਆਹ ਬੋਰਡ ਅਜੇ ਤੱਕ ਵੀ ਨਹੀਂ ਉਤਰੇ ਪੰਜਾਬ ਤੋਂ ਵੀ ਇੱਕ ਮੌਕਾ ਕੇਜਰੀਵਾਲ ਨੂੰ। ਭਗਵੰਤ ਮਾਨ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਡੰਮੀ ਬਣਾਇਆ ਹੋਇਆ ਇਹਨਾਂ ਨੇ, ਇਹ ਬੰਦਾ ਉਹਨਾਂ ਦੇ ਰਾਹੀਂ ਰਾਜ ਕਰਨ ਨੂੰ ਤੁਰਿਆ ਫਿਰਦਾ, ਇਹ ਨੀਤੀਆਂ ਕਰਨੀਆਂ। ਇਹ ਲੋਕ ਹੈ ਜਿਹੜੇ ਏਜੰਸੀਆਂ ਦੇ ਹੱਥ ਠੋਕੇ ਨੇ, ਇਸੇ ਕਰਕੇ ਭੁੱਲਰ ਨੂੰ ਰਿਹਾ ਨਹੀਂ ਕਰਦਾ, ਇਸੇ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਤਾ ਲੱਗ ਗਿਆ ਵੀ ਇਸ ਤਾਂ ਇੱਥੇ ਕਾਮਯਾਬ ਨਹੀਂ ਹੁੰਦੇ, ਹੁਣ ਉਹਨਾਂ ਨੇ ਬਦਲ ਕੇ ਭੇਜ ਦਿੱਤਾ ਜੀ। ਤੇ ਅੱਜ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਵੀ ਇੱਕ ਇਹ ਮੰਗ ਕੀਤੀ ਕਿ ਜਿਹੜੇ ਭਗਵੰਤ ਸਿੰਘ ਮਾਨ ਨੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਦੂਸ਼ਣ ਲਾਏ ਜਾ ਰਹੇ ਨੇ, ਭੁੱਲਰ ਸਾਹਿਬ ਉਹਨਾਂ ਦੀ ਜਿਹੜੀ ਫਾਈਲ ਹੈ ਉਹ ਤਾਂ LG ਕੋਲ ਪਈ ਹੈ, ਵੀ ਕੇਜਰੀਵਾਲ ਉਹਦੇ ਵਿੱਚ ਅੜਿੱਕਾ ਨਹੀਂ, ਤਾਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਾਫ਼ ਕਰ ਦੇਣੀ ਚਾਹੀਦੀ ਹੈ। ਤੁਸੀਂ ਸਹਿਮਤ ਹੋ ਇਹ ਚੀਜ਼ ਹੋਣੀ ਚਾਹੀਦੀ ਇੱਦਾਂ? ਫਿਰ ਨਹੀਂ, ਮੈਂ ਤਾਂ ਜੀ ਇਸ ਗੱਲ ਨਾਲ ਸਹਿਮਤ ਹਾਂ ਵੀ ਇਹ ਰਿਹਾ ਕਰਾਉਣ ਉਹਨੂੰ, ਕੋਈ ਸਥਿਤੀ ਸਤੂਤੀ ਨਹੀਂ। ਮੈਂ ਅੱਜ ਹੀ ਇੱਥੇ ਸਰਦਾਰ ਦਿਆਲ ਸਿੰਘ ਲਾਹੌਰੀਏ ਹੋਰੀ ਬੈਠੇ ਸੀ, ਮੇਰੇ ਕੋਲੇ ਮਿਲ ਕੇ ਗਏ ਤੋਂ ਮੈਨੂੰ, ਮੈਂ ਉਹਨਾਂ ਤੇ ਸਵਾਲ ਕੀਤਾ ਸੀ ਵੀ ਯਾਰ ਅਸਲ ਦੇ ਵਿੱਚ ਤੁਸੀਂ ਸਾਰੇ ਸਿਆਣੇ ਸੱਜਣ ਬੈਠੋ, ਤੁਸੀਂ ਇਸ ਨਾਲ ਰਿਲੇਟਡ ਆ ਮੈਨੂੰ ਇਹ ਗੱਲ ਦੱਸੋ। ਇੱਥੇ ਹਰਜਿੰਦਰ ਸਿੰਘ ਭੱਪ ਵੀ ਬੈਠਾ ਸੀ, ਉਹ ਮੈਂ ਕਿਹਾ ਪੁੱਛਿਆ ਸੀ ਵੀ ਕੀ ਇਹ ਹੈ ਸੱਚ ਜਾਂ ਕੋਈ ਰੌਲਾ ਪੋਲੀਟੀਕਲ ਤਾਂ ਨਹੀਂ, ਕੋਈ ਸਟੰਟ? ਉਹ ਕਹਿੰਦੇ ਨਹੀਂ ਜੀ ਬਿਲਕੁਲ, 4 ਵਾਰ ਇੱਕ ਰਿਕਮੈਂਡਡ ਸ਼ਬਦ ਹੁੰਦਾ ਵੀ ਰਿਕਮੈਂਡ ਕਰਤੀ ਇਹਨੂੰ ਰਿਲੀਜ਼ ਕੀਤਾ ਜਾਵੇ, ਇੱਕ ਨੋ ਰਿਕਮੈਂਡ ਹੁੰਦਾ, ਉਹ ਰਿਕਮੈਂਡ ਕਹਿੰਦੇ ਹੈਗਾ ਨਾਲ ਨੋ ਲਾ ਦਿੰਦਾ ਇਹ। ਇਸ ਵਾਸਤੇ ਮੈਂ ਤਾਂ ਸਿੱਧਾ ਕਹਿਣਾ ਵੀ ਭਗਵੰਤ ਮਾਨ ਨੂੰ ਪ੍ਰੈਸ ਕਾਨਫਰੰਸ ਨਾ ਕਰਨ, ਭਗਵੰਤ ਮਾਨ ਇਹਨੂੰ ਰਿਲੀਜ਼ ਕਰਾਉਣ। ਜੇ ਨਹੀਂ ਰਿਲੀਜ਼ ਹੁੰਦਾ ਤਾਂ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਧੂੜ ਚਟਾ ਦਿਓ, ਇਹ ਗਾਹਾਂ ਨੂੰ ਇਹਨਾਂ ਨੂੰ ਬੰਦੇ ਬਣਾ ਦਿਓ, ਕੇਜਰੀਵਾਲ ਨੂੰ ਬੰਦੇ ਦਾ ਪੁੱਤ ਬਣਾ ਕੇ ਤੋਰੋ ਪੰਜਾਬ ਦੇ ਵਿੱਚੋਂ, ਗਾਹਾਂ ਨੂੰ ਪੰਜਾਬ ਵੱਲ ਨੂੰ ਮੂੰਹ ਨਾ ਕਰੇ। ਸੋ ਇਹ ਸਨ ਭਾਈ ਬਲਦੇਵ ਸਿੰਘ ਚੁੱਗਾ, SGPC ਮੈਂਬਰ ਭਦੌੜ ਤੋਂ ਜੀ। ਮੈਂ ਅਖੀਰ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਸਮਾਪਤ ਕਰਨ ਲੱਗੇ ਸੀ, ਮੈਂ ਤੁਹਾਡਾ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਮੈਂ ਬਹੁਤ ਥੈਂਕ ਯੂ ਕਰਦਾ ਮੇਰਾ ਵੀਰਾ ਤੁਹਾਡਾ। ਤੁਸੀਂ ਮੈਨੂੰ ਤਾਂ ਯਾਰ ਕੋਈ ਨਾ ਮੇਰੀ ਕਿਹੜੀ ਇੰਟਰਵਿਊ ਹੁੰਦੀ ਹੈ, ਮੈਂ ਤਾਂ ਸਧਾਰਨ ਜਿਹਾ ਇੱਕ ਬੰਦਾ, ਪੇਂਡੂ ਆਮ ਜਿਹਾ ਜੱਟਾਂ ਦਾ ਮੁੰਡਾ, ਇੱਥੋਂ ਦਾ ਮੈਂ ਸੇਵਾਦਾਰ ਹਾਂ। ਮੈਂ ਤੁਹਾਡਾ ਥੈਂਕ ਯੂ ਕਰਦਾ। ਜਿਹੜੇ ਸਰੋਤੇ ਤੁਹਾਡੇ ਸ਼ਾਇਦ ਤੁਸੀਂ ਲਾਈਵ ਕਰਦੇ ਹੋ, ਮੈਂ ਤਾਂ ਦੇਖਦੇ ਹੋ, ਉਹਨਾਂ ਦਾ ਵੀ ਥੈਂਕ ਯੂ। ਜਦੋਂ ਤੁਸੀਂ ਬਾਅਦ ਦੇ ਵਿੱਚ ਵੀਡੀਓ ਪਾਵੋਗੇ ਉਹਨਾਂ ਦਾ ਵੀ ਥੈਂਕ ਯੂ, ਸਾਰਿਆਂ ਦਾ ਤੁਹਾਡਾ। ਜਿੱਥੇ ਧੰਨਵਾਦ ਕਰਦਾ ਉੱਥੇ ਕਈ ਵਾਰੀ ਐਸਾ ਹੋ ਜਾਂਦਾ ਵੀ ਕਿਸੇ ਸੱਜਣ ਨੂੰ ਮੇਰੀ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਮੈਂ ਉਹ ਤੋਂ ਖਿਮਾ ਵੀ ਮੰਗ ਲੈਣੀ ਆ, ਮੈਨੂੰ ਕੋਈ ਇਸ ਗੱਲ ਦਾ ਵਹਿਮ ਨਹੀਂ, ਮੈਂ ਉਹ ਤੋਂ ਖਿਮਾ ਜਾਚਨਾ ਕਰਦਾ। ਤੁਹਾਡਾ ਫਿਰ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।